दिन है जी। कल असी साडी सीएम उप सीएम नाल साडी मीटिंग सी जी सोनी जी ना ਜਿਹੜੀ ਕਿ ਦੇਖੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੱਲੇ ਐਲਾਨ ਮੰਤਰੀ ਬਣੇ ਹੋਏ। ਪੰਜਾਬ ਦੇ ਵਿੱਚ ਸਿਹਤ ਕਾਮਿਆਂ ਦੀ ਬਹੁਤ ਵੱਡੀ ਕਮੀ ਹੈ। ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਸੂਈਆਂ ਨਹੀਂ ਲੱਗ ਰਹੀਆਂ ਬੱਚਿਆਂ ਤੋਂ। ਉਹ ਆਉਂਦੇ ਆ ਵਿਚਾਰੇ, ਇੱਕ ਅੱਧੀ ਲੱਗ ਜਾਂਦੀ ਸੂਈ, ਫਿਰ ਉਹ ਬੰਦ ਹੋ। ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਪ੍ਰੋਪਰ ਇਲਾਜ ਨਹੀਂ ਹੋ ਰਿਹਾ। अगर ਜਿਹੜੀ ਸਰਕਾਰ ਸਾਡਾ ਹੱਲ ਨਹੀਂ ਕਰੇਗੀ, ਅਸੀਂ ਸਾਰਾ ਮੁਲਾਜ਼ਮ ਏਕਾ ਇਕੱਠਾ ਹੋ ਕੇ ਕੋਰਟ ਦਾ ਹੀ ਬਾਈਕਾਟ। ਜੇ ਲੜ ਕੇ ਹੀ ਲੈਣੀ ਹੈ ਤੇ ਫਿਰ ਸਰਕਾਰ ਬਣਾਉਣ ਦਾ ਤਾਂ ਕੋਈ ਤੁੱਕ ਨਹੀਂ ਹੈਗਾ। ਜੇ ਲੜ ਕੇ ਹੀ ਲੈਣੀ ਹੈ ਤੇ ਫਿਰ ਸਰਕਾਰ ਬਣਾਉਣ ਦਾ ਤਾਂ ਕੋਈ ਤੁੱਕ ਨਹੀਂ ਹੈਗਾ। ਜੇ ਲੜ ਕੇ ਹੀ ਲੈਣੀ ਹੈ ਤੇ ਫਿਰ ਸਰਕਾਰ ਬਣਾਉਣ ਦਾ ਤਾਂ ਕੋਈ ਤੁੱਕ ਨਹੀਂ ਹੈਗਾ। ਕੱਲ ਦੇ ਵਿੱਚ ਜਿਵੇਂ ਸਾਡੇ ਬਾਕੀ ਨਾਲ ਬੈਠਾ ਸਟਾਫ ਜਿੰਨਾ ਵੀ ਆਊਟਸੋਰਸਿੰਗ ਹੈ, ਸੀਆਰ ਆਫਿਸ ਦਾ ਆ ਗਿਆ, ਡਾਟਾ ਐਂਟਰੀ ਆਪਰੇਟਰ ਆ ਗਏ ਨੇ, ਆਲਮੋਸਟ ਬੰਦ ਹੋਣ ਦੀ ਕਗਾਰ ਤੇ ਕਿ ਬੰਦ ਹੋ ਵੀ ਚੁੱਕਿਆ। ਕਿਉਂਕਿ ਅਗਰ 25 ਹੀ ਨਹੀਂ ਬਣੇਗੀ ਤਾਂ ਉਹ ਦਿਖਾਣਗੇ ਕਿਸ ਤਰ੍ਹਾਂ, ਕਿਹੜੇ ਡਾਕਟਰ ਨੂੰ ਦਿਖਾਣਗੇ ਤੇ ਕਿਹਦਾ ਇਲਾਜ ਉਹ ਕਿਹਦੇ ਤੋਂ ਕਰ ਰਹੇ ਨੇ। ਡਾਕਟਰਸ ਬੈਠੇ ਆਰਾਮ ਨਾਲ, ਸਟੂਡੈਂਟਸ ਨੇ ਅੰਦਰ, ਸਟੂਡੈਂਟਸ ਨੂੰ ਕਿੰਨਾ ਕੁ ਕੰਮ ਆਉਂਦਾ ਹੈ। ਅਸੀਂ ਜਦੋਂ ਅੰਦਰ ਹੁੰਦੇ ਆ ਉਦੋਂ ਵੀ ਉਹ ਸਟੂਡੈਂਟਸ ਤੋਂ ਕੰਮ ਨਹੀਂ ਕਰਾਉਂਦੇ। ਉਦੋਂ ਉਹ ਕਹਿੰਦੇ ਸਿਸਟਰ ਜੀ ਤੁਸੀਂ ਆ ਕੇ ਕੈਸ ਲਾ ਕੇ ਜਾਓ, ਤੁਸੀਂ ਸਾਡੇ ਇੰਜੈਕਸ਼ਨ ਲਾਓ, ਬੱਚਿਆਂ ਨੂੰ ਕੁਝ ਨਹੀਂ ਪਤਾ ਲੱਗਦਾ। सरकार जी हुण वाली सरकार है या पहला सरकार रही उन्होंने साड़ी जान कढ़न की कोई कसर नहीं छड़ी, सानू मुर्दे बनाने कोई कसर नहीं छड़ी। सिस्टम ही ऐसा बना लिया कि इन्होंने जी जॉब सिक्योरिटी वो खत्म करने की कहानी बना ली है। देखो मेरी भैन इतने प्रोटेस्ट कर रही हैं, वीर प्रोटेस्ट कर रहे हैं, और प्रोटेस्ट वो लोग कर रहे हैं जिन्ना दे सिर ते गरीब मरीजों को बचाने की जिम्मेवारी है। और मैं ये मनता कि तुसी लोग प्रोटेस्ट करना कोई शौक नहीं है किसी प्रोटेस्ट करना, और तुसी लास्ट लोग हो जिहड़े डॉक्टर हो गए, पैरामेडिकल स्टाफ हो गया, नर्सिस हो गया, तुसी हो गया। मैनू नहीं लगता भी तुहाडा दिल करता प्रोटेस्ट करना, कोई फोटो खिचाने वास्ते तुसी बैठे थे। ਤੁਹਾਡੇ ਤੋਂ ਉਮੀਦ ਹੈ ਲੋਕਾਂ ਨੂੰ ਕਿ ਤੁਸੀਂ ਸਾਨੂੰ ਠੀਕ ਕਰੋਗੇ, ਪਰ ਜਦੋਂ ਤੁਹਾਨੂੰ ਤੁਹਾਡੇ ਆਪ ਦੇ ਬੰਦੇ ਦੀ ਚਿੰਤਾ, ਤੁਹਾਡੀਆਂ ਆਪ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਣਗੀਆਂ। ਹੁਣ ਸਾਡੇ ਮੁੱਖ ਮੰਤਰੀ ਜਗਜੀਤ ਸਿੰਘ ਚੰਨੀ ਉਹਨਾਂ ਨੇ ਵੀ ਧੋਖੇ ਦਿੱਤੇ, ਇਸ ਗੱਲ ਨਾਲ ਸਹਿਮਤ ਹੋ ਤੁਸੀਂ? ਮੈਨੂੰ ਉਹਨਾਂ ਨੇ ਦੱਸਿਆ ਕਿ 36000 ਜਿਹੜਾ ਕੰਮ ਹੈ ਉਹ ਪੱਕਾ ਕਰਨਾ। ਤੁਹਾਡੇ ਜੋ ਕਿੰਨੇ ਕੁ ਪੱਕੇ ਹੋ ਗਏ ਜੀ? ਹੱਥ ਖੜਾ ਕਰਿਓ ਜੀ, ਕੋਈ ਪੱਕਾ ਹੋ ਗਿਆ? ਇੱਥੇ ਸੀਆਰ ਆਫਿਸ ਦੇ ਪੂਰੇ 2-2 ਘੰਟੇ ਖੜਨਾ ਪਿਆ। ਜੇ ਆਪਾਂ ਨੂੰ ਜਹਾਜ਼ ਦੀ ਟਿਕਟ ਇੱਕ ਕਲਿੱਕ ਤੇ ਮਿਲ ਜਾਂਦੀ ਹੈ ਤੇ ਆਯੁਸ਼ਮਾਨ ਕਾਰਡ ਕਿਉਂ ਨਹੀਂ ਚੱਲਦਾ ਵੀ ਆਪਣਾ ਇੱਕ ਕਲਿੱਕ ਤੇ? ਇਹਦਾ ਮਤਲਬ ਉਹਦੇ ਵੀ ਕਪੜੇਬਾਜ਼ੀ ਹੈ, ਲੁੱਟ ਹੈ, ਜਾਣ ਬੁੱਝ ਕੇ ਸਾਨੂੰ ਖੱਜਲ ਕਰਨ ਦੀ ਗੱਲ ਹੈ। ਫਿਰ ਆਮ ਬੰਦੇ ਤਾਂ ਚੰਨੀ ਸਾਹਿਬ ਦੇ ਕਹਿਣ ਤੇ ਕਾਰਡ ਲੈ ਕੇ ਇੱਥੇ ਆ ਜਾਂਦੇ, ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ, ਮੋਦੀ ਸਾਹਿਬ ਦੇ ਕਹਿਣ ਤੇ, ਲੇਕਿਨ ਇੱਥੋਂ ਫਿਰ ਕਹਿੰਦੇ ਸਾਡੇ ਇੱਥੇ ਰਾਜ ਹੀ ਹੈ ਕਿ ਜਾ ਕੇ ਡੀਐਮਸੀ ਲੈ ਜਾਓ। ਦੇਖੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੱਲੇ ਐਲਾਨ ਮੰਤਰੀ ਬਣੇ ਹੋਏ ਆ। ਉਹਨਾਂ ਨੇ 36000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਸੀ।
ਔਰ ਜਿਹੜੇ ਓਵਰੇਜ ਮੁਲਾਜ਼ਮ ਕੱਢਣ ਦੀ ਗੱਲ ਕੀਤੀ ਸੀ ਔਰ ਘੁਆੜਾ ਚਲਾਤਾ ਗਰੀਬ ਵਿਚਾਰੇ ਜਿਹੜੇ ਸਫਾਈ ਸੇਵਕ ਆ। ਅੱਜ 4 ਸਫਾਈ ਸੇਵਕਾਂ ਨੂੰ ਬਾਹਰ ਕੱਢਤਾ ਇਹਨਾਂ ਨੇ ਜਿਹੜੇ ਕਰੋਨਾ ਦੇ ਵਿੱਚ ਆ ਸਾਡੀਆਂ ਬੱਚੀਆਂ ਨੇ। ਇਹਨਾਂ ਨੇ ਕਰੋਨਾ ਦੇ ਵਿੱਚ ਜਾਨ ਤਲੀ ਤੇ ਰੱਖ ਕੇ ਸੇਵਾ ਕੀਤੀ। ਇਹਨਾਂ ਨਾਲ ਕੁਝ ਵੀ ਹੋ ਸਕਦਾ ਸੀ, ਕਿਸੇ ਨੂੰ ਵੀ ਕਰੋਨਾ ਹੋ ਸਕਦਾ ਸੀ, ਡੈਥ ਹੋ ਸਕਦੀ ਸੀ, ਲੇਕਿਨ ਇਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਦਿੱਲੀ ਦੇ ਵਿੱਚ ਉਹ ਰੈਗੂਲਰ ਕਰਤੇ, ਹਰਿਆਣੇ ਦੇ ਵਿੱਚ ਉਹ ਰੈਗੂਲਰ ਕਰਤੇ। ਕਿ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਆ, ਚੰਨੀ ਸਰਕਾਰ, ਦੁਸ਼ਮਣ ਹੈ ਕੰਮ ਕਰਨ ਵਾਲੇ ਲੋਕਾਂ ਦੀ। ਇਹ ਦੁਸ਼ਮਣ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆਪਦੇ ਜਾਨ ਤਲੀ ਤੇ ਧਰ ਕੇ ਸੇਵਾ ਕੀਤੀ। ਸੋ ਇਹਨਾਂ ਨੂੰ ਇਨਾਮ ਮਿਲਣਾ ਚਾਹੀਦਾ ਸੀ, ਇਹਨਾਂ ਨੂੰ ਇਨਾਮ ਕੀ ਦਿੱਤਾ? ਇਹਨਾਂ ਨੂੰ ਨੌਕਰੀਆਂ ਕੱਢਤਾ। ਸੋ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੀ ਹੈ ਔਰ ਮੰਗ ਕਰਦੀ ਚੰਨੀ ਸਰਕਾਰ ਨੂੰ ਕਿ ਇਹਨਾਂ ਨੂੰ ਨੌਕਰੀ ਤੇ ਰੱਖਿਆ ਜਾਵੇ, ਕਿਉਂਕਿ ਲੋੜ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਜਿੱਥੇ ਲੋੜ ਨਹੀਂ ਤੁਸੀਂ ਉੱਥੇ ਰੱਖ ਲਓ, ਲੋੜ ਹੈ। ਪੰਜਾਬ ਦੇ ਵਿੱਚ ਸਿਹਤ ਕਾਮਿਆਂ ਦੀ ਬਹੁਤ ਵੱਡੀ ਕਮੀ ਹੈ, ਉਹ ਲੋੜ ਹੈ, ਉਹਨੂੰ ਪੂਰਾ ਕੀਤਾ ਜਾਵੇ। ਔਰ ਜਿਹੜੇ 4 ਜਿਹੜੇ ਸਫਾਈ ਸੇਵਕ ਅੱਜ ਕੱਢੇ ਆ ਉਹਨਾਂ ਨੂੰ ਵੀ ਰੱਖਿਆ ਜਾਵੇ। ਇੱਥੇ ਜੇ 70 ਸਾਲ ਦਾ ਡਾਕਟਰ ਕੰਮ ਕਰ ਸਕਦਾ ਤੇ ਕੀ ਗੱਲ ਸਫਾਈ ਸੇਵਕ ਨਹੀਂ ਕੰਮ ਕਰ ਸਕਦਾ? ਜਿਹੜਾ ਉਹਦੇ ਨਾਲ ਤਕੜਾ ਹੁੰਦਾ ਫਿਜ਼ੀਕਲੀ, ਜਿਹੜਾ 70 ਸਾਲ ਦਾ ਗਰੀਬ ਆਦਮੀ ਉਹ ਤਕੜਾ ਹੁੰਦਾ। ਸੋ ਇਹਨਾਂ ਨੂੰ ਚਾਹੀਦਾ ਵੀ ਗਰੀਬਾਂ ਨਾਲ ਧੱਕਾ ਨਾ ਕਰਨ। ਔਰ ਜਿਹੜੀਆਂ ਸਾਡੇ ਨਰਸਿੰਗ ਜਿਹੜੇ ਸਟਾਫ ਦੇ ਜਿਹੜੇ ਅੱਜ ਸਾਰੇ ਸਟ੍ਰਾਈਕ ਤੇ ਬੈਠੇ ਆ, ਇਹਨਾਂ ਦੀਆਂ ਮੰਗਾਂ ਕੈਬਨਿਟ ਦੇ ਵਿੱਚ ਇਹ ਮੰਨਣ ਦੇ ਬਾਵਜੂਦ ਕਿ ਇਹ ਸਹੀ ਹੈ ਔਰ ਤੁਸੀਂ ਉਹ ਨੋਟੀਫਾਈ ਨਹੀਂ ਕਰ ਰਹੇ, ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ। ਸਰ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਜਾ ਰਿਹਾ, ਪਰ ਸਿਹਤ ਕਰਮੀ ਜਿੰਨੇ ਵੀ ਹੈਗੇ ਆ ਸਾਰੇ ਹੜਤਾਲਾਂ ਤੇ ਚੱਲ ਰਹੇ ਆ। ਤਾਈਓ ਤਾਂ ਚੰਨੀ ਸਾਹਿਬ ਹੈਲੀਕਾਪਟਰ ਤੇ ਜਾਂਦੇ ਆ, ਕਿਉਂਕਿ ਸੜਕ ਤੇ ਜਾ ਨਹੀਂ ਸਕਦੇ। ਸਾਰੀਆਂ ਸੜਕਾਂ ਤੇ ਜਾਂ ਤਾਂ ਡਾਕਟਰ ਬੈਠੇ ਆ, ਨਰਸਿਸ ਬੈਠੀਆਂ, ਪੈਰਾਮੈਡੀਕਲ ਸਟਾਫ ਬੈਠਾ, ਸਾਡੇ ਪਟਵਾਰੀ ਬੈਠੇ ਆ। ਮਤਲਬ ਕਿਹੜਾ ਜਿਹੜਾ ਸ਼ੋਭਾ ਟੀਚਰ ਬੈਠੇ ਆ, ਕਿਹੜਾ ਸ਼ੋਭਾ ਜਿਹੜਾ ਉਹ ਸਟ੍ਰਾਈਕ ਤੇ ਨਹੀਂ ਬੈਠਾ? ਸੋ ਸਾਰੇ ਸਟ੍ਰਾਈਕ ਤੇ ਬੈਠੇ, ਇਹ ਕਹਿੰਦੇ ਅਸੀਂ ਮੰਗਾਂ ਪੂਰੀਆਂ ਕਰ ਲਈਆਂ। ਸੋ ਕਮਾਲ ਦੀ ਹਵਾਈ ਗੱਲਾਂ ਕਰ ਰਹੇ ਚੰਨੀ ਸਾਹਿਬ, ਸਿਰਫ ਐਲਾਨ ਕਰ ਰਹੇ। ਔਰ ਐਲਾਨ ਮੰਤਰੀ ਹੈ, ਮੁੱਖ ਮੰਤਰੀ ਘੱਟ ਹੈ, ਐਲਾਨ ਮੰਤਰੀ ਜ਼ਿਆਦਾ। ਮੇਰਾ ਨਾਮ ਆਸ਼ਾ ਜੀ, ਮੈਂ ਫਰੀਦਕੋਟ ਮੈਡੀਕਲ ਹਸਪਤਾਲ ਦੇ ਪ੍ਰਧਾਨ ਆ। ਸਾਡੀ ਅੱਜ ਸਟ੍ਰਾਈਕ ਨੂੰ 11ਵਾਂ ਦਿਨ ਆ ਜੀ। ਕੱਲ ਅਸੀਂ ਸਾਡੀ ਉਪ ਸੀਐਮ ਨਾਲ ਸਾਡੀ ਮੀਟਿੰਗ ਸੀ ਜੀ, ਸੋਨੀ ਜੀ ਨਾਲ, ਜਿਹੜੀ ਕਿ ਬੇਸਿੱਟਾ ਰਹੀ। ਉਹਨਾਂ ਨੇ ਸਾਡੀਆਂ ਮੰਗਾਂ ਨੂੰ ਜਾਣਦੇ ਹੋਏ ਵੀ ਅਣਗੌਲਿਆ ਜਿਹਾ ਕੀਤਾ ਆ, ਜਦੋਂ ਕਿ ਉਹ ਸਾਡੀਆਂ ਸਾਰੀਆਂ ਮੰਗਾਂ ਸੀ ਉਹਨਾਂ ਨੂੰ ਪਹਿਲਾਂ ਵੀ ਦੱਸ ਚੁੱਕੇ ਆ। ਬਸ ਕੱਲ ਵੀ ਸਾਨੂੰ ਉਹਨਾਂ ਨੇ ਸੇਮ ਜਿਵੇਂ 4-5 ਮੀਟਿੰਗ ਸਾਡੀਆਂ ਪਹਿਲਾਂ ਹੋਈਆਂ ਸੀ ਕਿ ਅੱਜ ਕਰ ਦਿੰਨੇ ਆ, ਕੱਲ ਕਰ ਦਿੰਨੇ ਆ। ਕੱਲ ਵੀ ਉਹਨਾਂ ਨੇ ਆਪਣੇ ਜੀ ਨਾਲ ਜਿਹੜੇ ਆਫੀਸਰ ਬੈਠੇ ਸੀ ਉਹਨਾਂ ਨੂੰ ਜੀ ਇਹਨਾਂ ਦੀਆਂ ਮੰਗਾਂ ਜਾਇਜ਼ ਆ, ਲਿਖੋ, ਪੂਰੀਆਂ ਕਰੋ, ਜਲਦੀ ਕਰੋ, ਇਹ ਸਾਨੂੰ ਸੁਣਨ ਨੂੰ ਮਿਲਿਆ ਸਾਡੇ ਸਾਹਮਣੇ। ਪਰ ਕੋਈ ਵੀ ਸਾਡੀ ਜਿਹੜੀ ਮੰਗ ਆ ਉਹ ਪੂਰੀ ਨਹੀਂ ਹੋ ਰਹੀ। ਅਸੀਂ ਉਦੋਂ ਉਹਨਾਂ ਨੇ ਸਾਨੂੰ ਕੱਲ ਫਿਰ ਇਹ ਗੱਲ ਕਹੀ ਕਿ ਆਪਣੀ ਸਟ੍ਰਾਈਕ ਬੰਦ ਕਰੋ ਤੁਸੀਂ, ਪਰ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਕੇ ਆਏ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਡਾ ਨੋਟੀਫਿਕੇਸ਼ਨ ਨਹੀਂ ਹੁੰਦਾ, ਉਦੋਂ ਤੱਕ ਅਸੀਂ ਆਪਣੀ ਸਟ੍ਰਾਈਕ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਆਪਣਾ ਸੰਘਰਸ਼ ਇੱਥੇ ਇਸੇ ਤਰ੍ਹਾਂ ਵਧਾਉਂਦੇ ਜਾਵਾਂਗੇ। ਮੈਨੂੰ ਲੱਗਦਾ ਜਾਂ ਤਾਂ ਇਹ ਸਰਕਾਰ ਮਤਲਬ ਪਾਗਲ ਆ ਜਾਂ ਸਾਨੂੰ ਉਹਨਾਂ ਨੇ ਪਾਗਲ ਕੀਤਾ ਹੋਇਆ ਸਰਕਾਰ ਨੇ, ਕਿ ਸਾਨੂੰ ਰੋਜ਼ ਝੂਠੇ ਲਾਰੇ ਦੇ ਕੇ ਤੇ ਸਾਨੂੰ ਤੋੜ ਦਿੰਦੇ ਆ ਤੇ ਆਪ ਟਸ ਦੀ ਮਸ ਨਹੀਂ ਹੋ ਰਹੀ ਸਰਕਾਰ ਜੀ। ਪਤਾ ਨਹੀਂ ਸਰਕਾਰ ਕੀ ਚਾਹੁੰਦੀ ਆ। ਬਹੁਤ ਸਾਰੇ ਮੁਲਾਜ਼ਮ ਆ ਜਿਹੜੇ ਉੱਥੇ ਕੱਲ ਮੈਂ ਵੇਖਿਆ ਸੀ ਰੈਜ਼ੀਡੈਂਸ 'ਚ ਖੜੇ ਸੀਗੇ, 10-10 ਮਿੰਟ ਮੀਟਿੰਗ ਤੇ ਦੇ ਕੇ ਨਾ ਕੋਈ ਉਹਨਾਂ ਦਾ ਹੱਲ ਹੋ ਰਿਹਾ ਸੀ ਨਾ ਕੁਛ। ਸਭ ਬਾਹਰ ਜੀ, ਮਤਲਬ ਬਾਹਰ ਇੱਦਾਂ ਹੀ ਨਿਕਲ ਰਹੇ ਸੀਗੇ, ਕੋਈ ਸੈਟੀਸਫਾਈਡ ਹੋ ਕੇ ਨਹੀਂ ਨਿਕਲ ਰਹੇ ਸੀਗੇ। ਕੋਈ ਵੀ ਫੈਸਲਾ ਉਹਨਾਂ ਦਾ ਸਾਨੂੰ ਮਨਜ਼ੂਰ ਨਹੀਂ ਸੀ ਜਿਵੇਂ ਕੱਲ ਉਹਨਾਂ ਨੇ ਕੀਤਾ ਜੀ। ਸਾਡਾ ਤੇ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਸਾਨੂੰ ਉਦੋਂ ਤੱਕ ਉਹਨਾਂ ਤੇ ਕੋਈ ਵੀ ਭਰੋਸਾ ਨਹੀਂ ਹੈ ਜੀ। ਇਸ ਕਰਕੇ ਆਪਣੀ ਸਟ੍ਰਾਈਕ ਅਸੀਂ ਕੰਟੀਨਿਊ ਰੱਖਣੀ ਹੈ। ਹੁਣ ਤੁਹਾਡਾ ਕਿਹੜਾ ਤੁਸੀਂ ਅਗਲਾ ਸਟੈਪ ਲਿਖਿਆ ਗਿਆ? ਕੱਲ ਅਸੀਂ ਦੇਖੋ ਜੀ, ਕੱਲ ਕੋਈ ਚੌਂਕ ਅਸੀਂ ਘੇਰਾਂਗੇ, ਵਾਰੀ ਜੀ ਅਸੀਂ ਇਦਾਂ ਹੀ ਆ ਜੀ, ਚੱਕੇ ਜਾਮ ਕਰਾਂਗੇ, ਕਿਉਂਕਿ ਅਸੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣੀ ਹੈ ਨਾ। ਕੋਈ ਤਾਂ ਮੱਧ ਇੱਥੇ ਬੈਠ ਕੇ ਤਾਂ ਅਸੀਂ ਨਹੀਂ ਨਾ ਪਹੁੰਚਾ ਸਕਦੇ ਜੇ ਨਹੀਂ ਸੁਣ ਰਹੀ ਗੂੰਗੀ ਬੋਲੀ ਸਰਕਾਰ। ਸ਼ਹਿਰ ਦੇ ਪਬਲਿਕ ਉਹਦੇ ਨਾਲ ਹਰਾਸ ਹੋਏਗੀ, ਪਰ ਅਸੀਂ ਵੀ ਤਾਂ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਉਣੀ ਹੈ ਨਾ। ਮੇਰਾ ਨਾਮ ਸੁਖਰਾਜ ਹੈ ਜੀ। ਹਾਂਜੀ ਹਾਂਜੀ। ਤੇ ਕੌਣ ਦਾਖਲਾ ਤੁਹਾਡੇ ਜੀ? ਮੇਰੇ ਪਿਤਾ ਜੀ ਦਾਖਲਾ ਜੀ ਸਾਨੂੰ 10-12 ਦਿਨ ਹੋ ਗਏ ਇੱਥੇ ਆਇਆਂ ਨੂੰ, ਤੇ ਮੇਰੇ ਪਿਤਾ ਜੀ ਬਹੁਤ ਗੰਭੀਰ ਹਾਲਤ ਵਿੱਚ ਆ। ਇੱਥੇ ਸਟਾਫ ਤੋਂ ਬਿਨਾਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਦੇ ਕ੍ਰਿਟੀਕਲ ਬਹੁਤ ਜ਼ਿਆਦਾ ਹਾਲਤ ਆ, ਉਹਨਾਂ ਦੇ ਸੂਈਆਂ ਨਹੀਂ ਲੱਗ ਰਹੀਆਂ। ਉਹਨਾਂ ਦੇ ਜੋ ਵੀ ਅਸੀਂ ਦਵਾਈਆਂ ਲਿਆਉਣੇ ਆ ਤੇ ਬਿਲਕੁਲ ਨਹੀਂ ਅੰਦਰ ਜਾ ਰਹੀਆਂ ਸੂਈਆਂ ਤੋਂ ਬਿਨਾਂ। ਸਟਾਫ ਤੋਂ ਬਿਨਾਂ ਸਾਡਾ ਬਹੁਤ ਮੰਦਾ ਹਾਲ ਆ। ਤੇ ਪਲੀਜ਼ ਮੇਰੀ ਸਰਕਾਰ ਅੱਗੇ ਇਹ ਰਿਕੁਐਸਟ ਆ ਕਿ ਸਟਾਫ ਨੂੰ ਮੰਗਾਂ ਪੂਰੀਆਂ ਕਰਨ ਸਟਾਫ ਦੀਆਂ, ਤੇ ਸਟਾਫ ਸਾਡਾ ਰੱਬ ਆ ਤੇ ਸਾਡੀ ਆਪਦੀ ਡਿਊਟੀ ਸੰਭਾਲੇ ਤੇ ਸਾਡੀ ਸੇਵਾ ਵਿੱਚ ਹਾਜ਼ਰ ਰਹੇ। ਇਹ ਜਿਹੜਾ ਤੁਸੀਂ ਦੱਸਿਆ ਤੁਹਾਡੇ ਪਿਤਾ ਜੀ ਜਿਹੜੇ ਹੈਗੇ 15 ਦਿਨਾਂ ਤੋਂ ਇਲਾਜ ਦੇਣ ਨੇ, ਹਾਂਜੀ। ਉਹਨਾਂ ਦੇ ਜਿਹੜਾ ਹੁਣ ਇਲਾਜ ਕੌਣ ਕਰ ਰਿਹਾ ਹੈਗਾ? ਉਹ ਬੱਚੇ ਆ ਜੀ, ਬੱਚਿਆਂ ਤੋਂ ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਸੂਈਆਂ ਨਹੀਂ ਲੱਗ ਰਹੀਆਂ ਬੱਚਿਆਂ ਤੋਂ। ਉਹ ਆਉਂਦੇ ਆ ਵਿਚਾਰੇ, ਇੱਕ ਅੱਧੀ ਲੱਗ ਜਾਂਦੀ ਸੂਈ, ਫਿਰ ਉਹ ਬੰਦ ਹੋ ਜਾਂਦੀ ਸੂਈ। ਪ੍ਰੋਪਰ ਇਲਾਜ ਨਹੀਂ ਹੋ ਰਿਹਾ ਸਾਡਾ ਜੀ ਸਟਾਫ ਤੋਂ ਬਿਨਾਂ। ਕਿਹੜੇ ਬੱਚੇ ਆ ਉਹ?
ਉਹ ਬੱਚੇ ਜੀ ਜਿਹੜੇ ਮੈਡੀਕਲ ਦੇ ਅੰਦਰ ਆਪਦਾ ਕਰ ਰਹੇ ਆ, ਕੰਮ ਕਰਦੇ ਆ ਜੋ ਵੀ, ਹਾਂਜੀ ਉਹ ਬੱਚੇ ਆ ਮੇਰਾ ਜੀ। ਨਾਮ ਨੇਹਾ ਮਿੱਡਾ ਹੈ ਔਰ ਮੈਂ ਪਿਛਲੇ 8 ਸਾਲਾਂ ਤੋਂ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੀ ਹਾਂ। ਹਾਲਾਂਕਿ ਮੈਂ ਪਾਸ ਆਊਟ 2006 ਤੋਂ ਕੀਤਾ ਹੋਇਆ ਹੈ। ਉਸ ਤੋਂ ਬਾਅਦ ਮੈਂ ਜੀਜੀਐਸ ਦੇ ਵਿੱਚ ਰੈਗੂਲਰ ਤੌਰ ਤੇ 8 ਸਾਲ ਤੋਂ ਕੰਮ ਕਰ ਰਹੀ ਹਾਂ। ਪਰ ਜਦੋਂ ਦਾ ਮੈਂ ਪਾਸ ਆਊਟ ਕੀਤਾ ਹੈ ਉਦੋਂ ਦਾ ਮਤਲਬ 2006 ਤੋਂ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਮਤਲਬ ਸਰਕਾਰ ਨੇ ਕੋਈ ਵੀ ਐਵੇਂ ਦਾ ਹੱਲ ਨਹੀਂ ਕੀਤਾ ਜਿਹਦੇ ਨਾਲ ਨਰਸਿਸ ਇਹ ਉੱਠ ਆਪਣਾ ਸਿਰ ਚੁੱਕ ਕੇ ਇਹ ਕਹਿ ਸਕਣ ਵੀ ਹਾਂਜੀ ਅਸੀਂ ਪੰਜਾਬ ਸਰਕਾਰ ਦੇ ਵਾਸੀ ਹਾਂ। ਕਿਉਂਕਿ ਇਹਦੇ ਵਿੱਚ ਇਹ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਜਿਵੇਂ ਨਰਸਿੰਗ ਕੈਡਰ ਨੂੰ ਥੱਲੇ ਲਿਆਂਦਾ ਜਾ ਰਿਹਾ ਹੈ, ਇਸੇ ਕਰਕੇ ਹੀ ਇੱਧਰ ਆਊਟਸੋਰਸਿੰਗ ਨੂੰ ਆਪਾਂ ਕਹਿ ਰਹੇ ਹਾਂ ਕਿ ਜਿਵੇਂ ਹਰ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਆਊਟਸੋਰਸਿੰਗ ਕਰਤੀ, ਨਰਸਿੰਗ 'ਚ ਵੀ ਆਊਟਸੋਰਸਿੰਗ ਕਰਤੀ, ਵਾਰਡ ਅਟੈਂਡੈਂਟ ਦੀ ਵੀ ਆਊਟਸੋਰਸਿੰਗ ਕਰਤੀ। ਹੋਰ ਤੁਸੀਂ ਇਹ ਦੇਖੋ A ਗ੍ਰੇਡ ਵਾਲੀ ਜਿਹੜੀ ਕਲਾਸ ਹੈਗੀ ਆ ਉਹਨਾਂ ਦੀ ਆਊਟਸੋਰਸਿੰਗ ਅਸੀਂ ਕਦੀ ਵੀ ਨਹੀਂ ਸੁਣੀ। B C D ਇਹਨਾਂ ਨੂੰ ਇਹ ਆਊਟਸੋਰਸਿੰਗ ਦੇ ਵਿੱਚ ਰੱਖ ਰਹੇ ਹੈਗੇ। ਪਰ ਤੁਸੀਂ ਹੁਣ ਜੇ ਇਹ ਦੇਖੀਏ ਕਿ ਅਸੀਂ ਇੱਥੇ ਕਿਉਂ ਖੜੇ ਆ, ਅਸੀਂ ਖੜੇ ਆ ਆਪਣੀਆਂ ਮੰਗਾਂ ਨੂੰ ਲੈ ਕੇ, ਜੋ ਕਿਸੇ ਪੇ ਪੈਰਿਟੀ ਨੂੰ ਲੈ ਕੇ, ਅਲਾਊਂਸਸ ਨੂੰ ਲੈ ਕੇ ਔਰ ਨਰਸਿੰਗ ਕੇਡਰ ਦੀ ਜਿਹੜਾ ਸਾਡਾ ਡੈਜ਼ਿਗਨੇਸ਼ਨ ਆ ਉਹਨੂੰ ਲੈ ਕੇ। ਪਰ ਸਾਨੂੰ 10-12 ਦਿਨ ਹੋ ਗਏ ਆ, ਅਸੀਂ ਇਹ ਲਗਾਤਾਰ ਪ੍ਰੋਟੈਸਟ ਕਰ ਰਹੇ ਹਾਂ ਪਰ ਹੱਲ ਕੋਈ ਨਹੀਂ ਨਿਕਲ ਰਿਹਾ। ਔਰ ਜੋ ਕੱਲ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਅਸੀਂ ਇਹ ਦੇਖਿਆ ਕਿ ਉਹ ਸਿਰਫ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਆ। ਕੋਈ ਵੀ ਇਹ ਸਾਨੂੰ ਕਿ ਪੂਰਾ ਮਤਲਬ ਜੋਸ਼ ਨਾਲ ਕਹਿ ਦੇਣ ਕਿ ਹਾਂਜੀ ਅਸੀਂ ਤੁਹਾਡਾ ਕੰਮ ਕਰਾਂਗੇ ਤਾਂ ਸ਼ਾਇਦ ਅਸੀਂ ਆਪਣੀ ਸਟ੍ਰਾਈਕ ਕਾਲ ਆਫ ਕਰ ਦਈਏ। ਬਟ ਉਹ ਇਸ ਤਰ੍ਹਾਂ ਕੁਝ ਵੀ ਨਹੀਂ ਕਹਿ ਰਹੇ। ਉਹ ਸਿਰਫ ਇਹ ਕਹਿ ਰਹੇ ਆ ਕਿ ਅਸੀਂ ਦੇਖਦੇ ਹਾਂ, ਅਸੀਂ ਸੋਚਦੇ ਹਾਂ, ਅਸੀਂ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਉਨੀ ਦੇਰ ਤੱਕ ਕੁਝ ਨਹੀਂ ਸੁਣਨਾ ਜਿੰਨੀ ਦੇਰ ਤੱਕ ਉਹਨਾਂ ਦੀਆਂ ਜਿਹੜੀਆਂ ਇਹ ਵੋਟਸ ਨੇ ਇਹ ਬੰਦ ਨਾ ਹੋਣ। ਮੇਰੇ ਅਕੋਰਡਿੰਗ ਇਹ ਹੋਣਾ ਚਾਹੀਦਾ ਹੈ ਕਿ ਅਗਰ ਜਿਹੜੀ ਸਰਕਾਰ ਸਾਡਾ ਹੱਲ ਨਹੀਂ ਕਰੇਗੀ, ਅਸੀਂ ਸਾਰਾ ਮੁਲਾਜ਼ਮ ਇਕੱਠਾ ਹੋ ਕੇ ਵੋਟਸ ਦਾ ਹੀ ਬਾਈਕਾਟ ਕਰ ਦਾਂਗੇ। ਫਿਰ ਅਸੀਂ ਦੇਖਦੇ ਹਾਂ ਕਿ ਸਾਡੇ ਤੋਂ ਅਗਰ ਇਹ ਵੋਟਾਂ ਲੈਣਾ ਚਾਹੁੰਦੇ ਨੇ ਤੇ ਫਿਰ ਸਾਡੇ ਪਹਿਲਾਂ ਕੰਮ ਕਰਨ, ਫਿਰ ਅਸੀਂ ਉਹਨਾਂ ਨੂੰ ਵੋਟਾਂ ਦੇਵਾਂਗੇ। ਬਾਕੀ ਡਿਪਾਰਟਮੈਂਟ ਦੀ ਇੱਥੇ ਮੈਡੀਕਲ ਦੀ ਗੱਲ ਰਹੀ, ਮੈਡੀਕਲ ਦੇ ਅੱਗੇ ਵੀ ਅਸੀਂ ਬਹੁਤ ਹੀ ਆਪਦੀਆਂ ਮਤਲਬ ਰੱਖੀਆਂ ਕਿ ਪਹਿਲਾਂ ਤਾਂ ਇਹਨਾਂ ਨੇ ਪੱਕੇ ਹੀ ਬੜੀ ਮੁਸ਼ਕਿਲ ਨਾਲ ਕੀਤਾ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪੱਕੇ ਕਰ ਦਿੱਤਾ ਫਿਰ ਇਹਨਾਂ ਨੇ ਸਾਡੇ ਅਲਾਊਂਸਸ ਪ੍ਰੋਪਰ ਜੋ ਕਿ ਪੰਜਾਬ ਸਰਕਾਰ ਵੱਲੋਂ ਵੀ ਮਿਲਦੇ ਨੇ ਪਰ ਸਾਨੂੰ ਇੱਥੇ ਯੂਨੀਵਰਸਿਟੀ ਵੱਲੋਂ ਵੀ ਨਹੀਂ ਦਿੱਤੇ ਗਏ ਕਈ, ਫਿਰ ਉਹ ਅਸੀਂ ਬੜੀ ਮੁਸ਼ਕਿਲ ਨਾਲ ਲਵਾਏ। ਛੁੱਟੀਆਂ ਬੜੀ ਮੁਸ਼ਕਿਲ ਨਾਲ ਅਸੀਂ ਪੰਜਾਬ ਸਰਕਾਰ ਦੇ ਅਕੋਰਡਿੰਗ ਲਈ ਕੀਤੀਆਂ। ਫਿਰ ਉਸ ਤੋਂ ਬਾਅਦ ਇਹਨਾਂ ਨੇ CLC ਸਾਡੀਆਂ ELC ਉਹ ਵੀ ਬੜੀ ਮੁਸ਼ਕਿਲ ਨਾਲ ਸਾਨੂੰ ਦਿੱਤੀਆਂ। ਹੁਣ ਅਸੀਂ ਵੀ ਹਰ ਗੱਲ ਹੀ ਸਾਨੂੰ ਲੜ ਕੇ ਹੀ ਲੈਣਾ ਪੈਣਾ ਹੈ। ਮੈਨੂੰ ਤਾਂ ਇਸ ਚੀਜ਼ ਦਾ ਹੋ ਰਿਹਾ ਕਿ ਹਰ ਗੱਲ ਜੇ ਲੜ ਕੇ ਹੀ ਲੈਣੀ ਹੈ ਤੇ ਫਿਰ ਸਰਕਾਰ ਬਣਾਉਣ ਦਾ ਤਾਂ ਕੋਈ ਤੁੱਕ ਹੀ ਨਹੀਂ ਰਹਿ ਜਾਂਦਾ। ਫਿਰ ਤਾਨਾਸ਼ਾਹੀ ਹੋ ਜਾਵੇ ਇੱਥੇ ਤੇ ਫਿਰ ਇਹ ਹੈ ਕਿ ਲੜ ਕੇ ਲੈ ਲਓ, ਅਗਰ ਮਿਲਦਾ ਤਾਂ ਠੀਕ ਹੈ, ਨਹੀਂ ਤਾਂ ਜ਼ਰੂਰਤ ਨਹੀਂ ਹੈ। ਫਿਰ ਲੋਕਤੰਤਰ ਤੱਕ ਸਰਕਾਰ ਨਹੀਂ ਰਹਿ ਜਾਂਦੀ ਹੈ। ਮੈਡੀਕਲ ਦੇ ਵਿੱਚ ਜਿਵੇਂ ਸਾਡੇ ਬਾਕੀ ਨਾਲ ਬੈਠਾ ਸਟਾਫ ਜਿੰਨਾ ਵੀ ਆਊਟਸੋਰਸਿੰਗ ਦਾ CR ਆਫਿਸ ਦਾ ਆ ਗਿਆ, ਡਾਟਾ ਐਂਟਰੀ ਆਪਰੇਟਰ ਆ ਗਏ ਨੇ, ਆਲਮੋਸਟ ਬੰਦ ਹੋਣ ਦੀ ਕਗਾਰ ਤੇ ਕਿ ਬੰਦ ਹੋ ਹੀ ਚੁੱਕਿਆ। ਕਿਉਂਕਿ ਅਗਰ ਪਰਚੀ ਹੀ ਨਹੀਂ ਬਣੇਗੀ ਤਾਂ ਉਹ ਦਿਖਾਣਗੇ ਕਿਸ ਤਰ੍ਹਾਂ, ਕਿਹੜੇ ਡਾਕਟਰ ਨੂੰ ਦਿਖਾਣਗੇ ਤੇ ਕੀ ਦਿਖਾਣਗੇ। MS ਆਫਿਸ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ, ਕਿਸੇ ਦਾ ਵੀ ਕੋਈ ਪ੍ਰੋਸੈਸਿੰਗ ਨਹੀਂ ਹੋਊਗੀ ਤਾਂ ਫਿਰ ਇਹਦੇ ਨਾਲ ਲਾਸ ਕਿਸ ਨੂੰ ਹੈ? ਇਹ ਨਹੀਂ ਹੈ ਕਿ ਲਾਸ ਮਤਲਬ ਵੀ ਸਿਰਫ ਸਾਨੂੰ ਨਹੀਂ, ਲਾਸ ਹੋ ਰਿਹਾ ਹਰ ਇੱਕ ਬੰਦੇ ਨੂੰ, ਹਰ ਉਸ ਬੰਦੇ ਨੂੰ, ਹਰ ਆਮ ਬੰਦੇ ਨੂੰ ਲਾਸ ਹੋ ਰਿਹਾ। ਇਸ ਕਰਕੇ ਮੈਂ ਇਹੀ ਸਰਕਾਰ ਨੂੰ ਕਹਿਣਾ ਚਾਹ ਰਹੀ ਹਾਂ ਕਿ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਇਹਨਾਂ ਵੋਟਾਂ ਦੇ ਦਿਨਾਂ ਵਿੱਚ ਅਸੀਂ ਤੁਹਾਡਾ ਸਾਥ ਦਈਏ ਤਾਂ ਪਹਿਲਾਂ ਤੁਸੀਂ ਸਾਡਾ ਸਾਥ ਦਿਓ, ਫਿਰ ਹੀ ਅਸੀਂ ਤੁਹਾਡਾ ਸਾਥ ਦੇਵਾਂਗੇ। ਮੈਡੀਕਲ ਸਟਾਫ ਤਾਂ ਕਹਿ ਰਿਹਾ ਹੈਗਾ ਵੀ ਸਾਡੇ ਕੋਲੋਂ ਜਿਹੜੇ ਹੈਗਾ ਪੁਖਤਾ ਇੰਤਜ਼ਾਮ ਕੀਤੇ ਗਏ ਹੈਗੇ ਆ, ਮਰੀਜ਼ਾਂ ਦਾ ਇਲਾਜ ਚੱਲ ਰਿਹਾ। ਪਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਮਰੀਜ਼ਾਂ ਦਾ ਇਲਾਜ ਉਹ ਕਿਹਦੇ ਤੋਂ ਕਰ ਰਹੇ ਨੇ? ਡਾਕਟਰਸ ਬੈਠੇ ਆ ਆਰਾਮ ਨਾਲ, ਸਟੂਡੈਂਟਸ ਨੇ ਅੰਦਰ। ਸਟੂਡੈਂਟਸ ਨੂੰ ਕਿੰਨਾ ਕੁ ਕੰਮ ਆਉਂਦਾ ਹੈ? ਅਸੀਂ ਜਦੋਂ ਅੰਦਰ ਹੁੰਦੇ ਆ ਉਦੋਂ ਵੀ ਉਹ ਸਟੂਡੈਂਟਸ ਤੋਂ ਕੰਮ ਨਹੀਂ ਕਰਾਉਂਦੇ। ਉਦੋਂ ਉਹ ਕਹਿੰਦੇ ਸਿਸਟਰ ਜੀ ਤੁਸੀਂ ਆ ਕੇ ਕੈਥ ਲਾ ਕੇ ਜਾਓ, ਤੁਸੀਂ ਸਾਡੇ ਇੰਜੈਕਸ਼ਨ ਲਾਓ, ਬੱਚਿਆਂ ਨੂੰ ਕੁਝ ਨਹੀਂ ਪਤਾ ਲੱਗਣਾ। ਹੁਣ ਉਹ ਸਿਰਫ ਇਸ ਡਰ ਦੇ ਮਾਰੇ ਕਿ ਅਗਰ ਅਸੀਂ ਇਹਨਾਂ ਤੋਂ ਵੀ ਕੰਮ ਨਾ ਕਰਾਇਆ ਤੇ ਸਾਨੂੰ ਕਿਤੇ ਕੋਈ ਪ੍ਰੋਬਲਮ ਹੀ ਨਾ ਆ ਜਾਏ, ਕਿਉਂਕਿ ਉਹਨਾਂ ਕੋਲ ਕੋਈ ਹੋਰ ਕੋਈ ਚਾਰਾ ਹੀ ਨਹੀਂ ਹੈ। ਔਰ ਸਟੂਡੈਂਟਸ ਇਹ ਕਹਿ ਰਹੇ ਆ ਕਿ ਅਸੀਂ ਇੰਨੇ ਕੁ ਓਵਰਲੋਡਡ ਹੋਏ ਪਏ ਆ ਵੀ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ, ਜਿਹੜਾ ਅਸੀਂ ਅੱਜ ਤੱਕ ਕਦੀ ਸਿੱਖਿਆ ਵੀ ਨਹੀਂ ਹੈ, ਉਹ ਵੀ ਸਾਨੂੰ ਕਰਨਾ ਪੈ ਰਿਹਾ। ਕਿਉਂਕਿ ਸਾਨੂੰ ਡਾਕਟਰਸ ਇਹ ਕਹਿੰਦੇ ਆ ਕਿ ਤੁਹਾਨੂੰ ਇਹ ਕਰਨਾ ਹੀ ਪੈਣਾ, ਹਰ ਹਾਲਤ 'ਚ ਕਰਨਾ ਪੈਣਾ। ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਅਗਰ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਹੋ ਸਕਦਾ ਤਾਂ ਅਸੀਂ ਐਗਜ਼ਾਮ ਡਿਲੇ ਕਰ ਦਈਏ ਜਾਂ ਫਿਰ ਤੁਹਾਨੂੰ ਡਿਗਰੀਜ਼ ਨਾ ਦਈਏ। ਇਸ ਤਰ੍ਹਾਂ ਦੇ ਡਰ ਤੋਂ ਸਟੂਡੈਂਟਸ ਅੰਦਰ ਬੈਠੇ ਕੰਮ ਕਰ ਰਹੇ ਨੇ। ਬਟ ਉਹਨਾਂ ਨੂੰ ਇਹ ਨਹੀਂ ਅਸੀਂ ਕਹਿ ਰਹੇ ਕਿ ਬਿਲਕੁਲ ਨਹੀਂ ਆਉਂਦਾ, ਥੋੜ੍ਹਾ ਬਹੁਤ ਆਉਂਦਾ ਹੈ ਪਰ ਉਹ ਸਾਡੇ ਜਿਹਨੇ ਪਰਫੈਕਟ ਐਕਸਪੀਰੀਅੰਸ ਨਹੀਂ ਹੈਗੇ। ਹਾਂਜੀ, ਅਸੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਆਊਟਸੋਰਸਿੰਗ ਮੁਲਾਜ਼ਮ ਆ ਜੀ ਤੇ 10-10 12-12 ਸਾਲਾਂ ਤੋਂ ਕੰਮ ਕਰ ਰਹੇ ਹਾਂ। ਤੇ ਅੱਜ 15 ਪਹਿਲਾਂ ਅਸੀਂ 14 ਤਰੀਕ ਨੂੰ MS ਨੇ ਸਾਨੂੰ ਕਿਹਾ ਵੀ ਧਰਨਾ ਡਿਲੇ ਕਰ ਦਿਓ। ਅਸੀਂ ਕਿਹਾ ਵੀ ਸ਼ਾਇਦ ਕੋਈ ਨਾ ਕੋਈ ਸਾਡੇ ਹੱਕ 'ਚ ਫੈਸਲਾ ਦੇਵੇ, ਪਰ ਉਹਨਾਂ ਵੱਲੋਂ ਕੋਈ ਸੰਤੁਸ਼ਟੀ ਭਰਿਆ ਜਵਾਬ ਨਹੀਂ ਆਇਆ। ਤੇ ਫਿਰ 15 ਤਰੀਕ ਨੂੰ ਅਸੀਂ ਅੱਜ ਹੜਤਾਲ ਤੇ ਬਹਿ ਗਏ। ਇਹ ਹੜਤਾਲ ਅਣਮਿੱਥੇ ਸਮੇਂ ਲਈ ਹੈ। ਕਿੰਨੇ ਕਰਮਚਾਰੀ ਆ ਤੁਹਾਡੇ? ਕਿਹੜੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਤੁਹਾਡੇ ਵੱਲੋਂ? ਕਿਹੜੀਆਂ ਸੇਵਾਵਾਂ ਦੇ ਰਹੇ ਸੀ? ਸਾਡੇ ਕਰਮਚਾਰੀ ਆ ਜੀ ਆਊਟਸੋਰਸਿੰਗ ਮੁਲਾਜ਼ਮ ਦੇ ਵਿੱਚ ਡਾਟਾ ਆਪਰੇਟਰ, ਕਲੈਰੀਕਲ ਸਟਾਫ ਹੈਗਾ ਤੇ ਸਟਾਫ ਨਰਸਸ ਹੈਗੀਆਂ, ਹੈਲਪਰ ਆ, ਵਾਰਡ ਅਟੈਂਡੈਂਟ ਆ, ਪਲੰਬਰ ਆ, ਇਲੈਕਟ੍ਰੀਸ਼ੀਅਨ ਆ, ਹੋਰ ਵੀ ਕਈ ਕੈਟਾਗਰੀਆਂ ਹੈਗੀਆਂ ਜਿਹੜੇ ਇਸ ਆਊਟਸੋਰਸਿੰਗ ਸਟਾਫ ਦੇ ਵਿੱਚ ਆਉਂਦੇ ਹੈਗੇ ਆ। ਸਫਾਈ ਸੇਵਕ ਵੀ ਆ। ਤੇ ਤਾਂ ਕਰਕੇ ਅਸੀਂ ਜਿਹੜੇ
ਇਹ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੈਗੀ ਹੈ। ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਇਦੋਂ ਵੀ ਹੋਰ ਤਿੱਖਾ ਹੋਊਗਾ। ਹਜੇ ਕੱਲ ਦੀ ਗੱਲ ਹੀ ਆ ਕਿ ਜਿਹੜੇ ਯੂਨੀਵਰਸਿਟੀ ਦਾ ਇਹੋ ਜਿਹਾ ਰਵੱਈਆ ਕਿ 4 ਜਿਹੜੇ ਸਫਾਈ ਸੇਵਕ ਆ ਉਹਨਾਂ ਨੂੰ ਕੱਢ ਦਿੱਤਾ ਇਹਨਾਂ ਨੇ ਇਹ ਕਹਿ ਕੇ ਕੱਢ ਦਿੱਤਾ ਕਿ ਜੀ ਇਹ ਓਵਰ ਏਜ ਆ। ਲੇਕਿਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜੇ ਅਧਿਕਾਰੀ ਕੰਮ ਕਰ ਰਹੇ ਆ ਜਿਨ੍ਹਾਂ ਦੀਆਂ ਉਮਰਾਂ ਤਕਰੀਬਨ 60 ਤੋਂ ਉੱਪਰ ਆ, ਕਿ ਉਹਨਾਂ ਤੇ ਨਹੀਂ ਡੰਡਾ ਚੱਲਿਆ? ਉਹਨਾਂ ਨੂੰ ਕਿਉਂ ਨਹੀਂ ਕੱਢ ਦੇਗੇ? ਇਹ ਗਰੀਬ ਵਰਗ ਜਿਹੜਾ ਸ਼ਾਮ ਨੂੰ ਜਾ ਕੇ ਰੋਟੀ ਆਪਦੇ ਬੱਚਿਆਂ ਦੇ ਮੂੰਹ 'ਚ ਪਾਉਂਦਾ ਹੈਗਾ, ਉਹਨਾਂ ਨੂੰ ਇਹਨਾਂ ਨੇ ਕੱਢ ਕੇ ਬਾਹਰ ਮਾਰਿਆ। ਇਹ ਸਰਾਸਰ ਧੱਕਾ। ਇਹ ਆਊਟਸੋਰਸ ਮੁਲਾਜ਼ਮ ਨੂੰ ਇਹਨਾਂ ਨੇ ਜਮਾਂ ਹੀ ਖੂੰਜੇ ਲਾ ਕੇ ਰੱਖ ਦਿੱਤਾ ਇਹਨਾਂ ਨੇ। ਅੱਛਾ, ਜੇ ਗੱਲ ਕਰੀਏ, ਇਹ ਕਹਿੰਦੇ ਹੈਗੇ ਆ ਵੀ ਤੁਹਾਨੂੰ 440 ਜਿਹੜੇ ਬੰਦੇ ਕੀਤੇ ਸੀਗੇ। ਅਸੀਂ ਕੁਝ ਦਿਨ ਪਹਿਲਾਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਹਲਕਾ ਦੇ ਇੱਥੇ MLA ਆ ਉਹਨਾਂ ਨੂੰ ਮਿਲੇ ਸੀਗੇ। ਉਹ ਕਹਿੰਦੇ ਕਾਕਾ ਤੁਸੀਂ ਉਹ ਪੜ੍ਹੋ, ਆਪਣਾ ਐਕਟ ਪੜ੍ਹੋ। ਅਸੀਂ ਕਿਹਾ ਵੀ ਐਕਟ ਦੇ ਵਿੱਚ ਤਾਂ ਜ਼ਿਕਰ ਹੀ ਹੈ ਨਹੀਂਗਾ ਆਊਟਸੋਰਸਿੰਗ ਦਾ। ਫਿਰ ਉਹ ਕਿਹੜੇ ਵਿਭਾਗ ਤੇ ਤੁਸੀਂ ਆਊਟਸੋਰਸਿੰਗ ਮੁਲਾਜ਼ਮ ਜਿਹੜੇ ਹੈਗੇ 436 46 ਜਿਹੜੇ ਹੈਗੇ ਆ ਉਹ ਅੰਡਰ ਲਏ ਹੈਗੇ। ਅਸੀਂ ਕਿਹਾ ਸਾਨੂੰ ਅੰਡਰ ਹੀ ਕਰ ਲਓ। ਇੱਕ ਹੋਰ ਗੱਲ ਹੈਗੀ ਆ, ਮੰਨ ਲਓ ਤੁਸੀਂ ਸਾਨੂੰ ਪੱਕਾ ਕਰਦੇ ਆ, ਅਸੀਂ ਸਾਨੂੰ ਇਹ ਵੀ ਕਹਿੰਦੇ ਹੈਗੇ ਆ ਵੀ ਸਾਨੂੰ ਤੁਸੀਂ ਪੱਕਾ ਕਰ ਦਿਓ, DC ਰੇਟ ਤੇ ਹੀ ਪੱਕਾ ਕਰ ਦਿਓ। ਅਸੀਂ ਇਹ ਵੀ ਮੰਗਾ ਮੰਨਣ ਨੂੰ ਮਨਜ਼ੂਰ ਆ। ਸਾਨੂੰ ਤੁਸੀਂ ਅੰਡਰ ਲੈ ਲਓ, DC ਰੇਟ ਤੇ ਹੀ ਅੰਡਰ ਲੈ ਲਓ, ਕੁਛ ਨਾ ਕੁਛ ਤਾਂ ਕਰੋ ਯਾਰ। ਅਸੀਂ 8000 ਦੇ ਵਿੱਚ ਕਿੰਨਾ ਕੁ ਚਿਰ ਧੱਕੇ ਖਾਂਦੇ ਰਵਾਂਗੇ? ਸੋ ਮੇਰੀ ਮੈਡੀਕਲ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਜਿਹੜੇ ਹੈਗੇ ਡਰਾਮੇ ਇਹ ਨਾ ਕੀਤੇ ਜਾਣ ਵੀ ਹਰੇਕ ਵਰਗ ਹੀ ਸਟਾਫ ਨਰਸਿਸ ਕੀ ਆ, ਕਰੋਨਾ ਯੋਧੇ ਕੀ ਆ, ਸਾਡੇ ਜਿਹੜੇ ਹੋਰ ਕੀ ਆ, ਸਾਰੀਆਂ ਕੈਟਾਗਰੀਆਂ ਬਾਹਰ ਬੈਠਣ ਤੇ ਦਰੀਆਂ ਤੇ ਮਜਬੂਰ ਹੋਈਆਂ ਪਈਆਂ ਹੈਗੀਆਂ। ਸਾਰੇ ਬਾਹਰ ਬੈਠੇ ਹੈਗੇ ਆ। ਹਸਪਤਾਲ ਦੇ ਵਿੱਚ ਮਰੀਜ਼ ਖੱਜਲ ਖੁਆਰ ਹੋ ਰਹੇ ਹੈਗੇ ਆ। ਇਹਨਾਂ ਦਾ ਜ਼ਿੰਮੇਵਾਰ ਕੌਣ ਆ? ਮੈਡੀਕਲ ਪ੍ਰਸ਼ਾਸਨ ਇਹਨਾਂ ਦਾ ਜ਼ਿੰਮੇਵਾਰ। ਇਸ ਕਰਕੇ ਸਹੀ ਲਾਈਨ ਤੇ ਆ ਜਾਓ, ਸਾਡੀਆਂ ਮੰਗਾਂ ਵੱਲ ਧਿਆਨ ਦਿਵੋ ਤਾਂ ਜੋ ਜਿਹੜਾ ਮੈਡੀਕਲ ਦਾ ਕੰਮ ਸੁਚੱਜੇ ਤੌਰ ਤੇ ਕੀਤਾ ਜਾ ਸਕੇ। ਇਸ ਕਰਕੇ ਕੋਈ ਵੀ ਮਰੀਜ਼ ਨੂੰ ਖੱਜਲ ਖੁਆਰੀ ਨਾ ਹੋਵੇ। ਇਹਦਾ ਸਰਕਾਰ ਵੱਲੋਂ ਤਾਂ ਦਾਅਵੇ ਕੀਤੇ ਜਾ ਰਹੇ ਆ ਵੀ 36000 ਜਿਹੜੇ ਕਰਮਚਾਰੀ ਹੈਗੇ ਪੱਕੇ ਕਰ ਦਿੱਤੇ ਗਏ ਆ। ਸਰਕਾਰ ਵੱਲੋਂ ਤਾਂ ਜੀ ਫੋਕੀਆਂ ਦਾਅਵੇਦਾਰੀਆਂ ਫੋਕੀਆਂ। ਐਲਾਨ ਮੰਤਰੀ ਹੋਰ ਕਾਹਦੇ ਤੋਂ ਕਹਿੰਦੇ ਆ? ਇਹ ਚੰਨੀ ਨੂੰ ਐਲਾਨ ਮੰਤਰੀ ਕਹਿ ਰਹੇ ਆ ਤੇ ਐਲਾਨ ਮੰਤਰੀ ਸੱਚੀ ਐਲਾਨ ਮੰਤਰੀ ਆ। ਐਲਾਨ ਕਰ ਕੇ ਉਧਰੋਂ ਸਮਾਂ ਨੇੜੇ ਆ ਰਿਹਾ ਹੈਗਾ। ਕੋਡ ਆਫ ਕੰਡਕਟ ਦਾ, ਚੋਣ ਜਾਬਤਾ ਦਾ ਸਮਾਂ ਨੇੜੇ ਆ ਰਿਹਾ। ਇਹਦੇ ਲਾਰੇ ਨਹੀਂ ਸੂਤ ਆ ਰਹੇ ਹੈਗੇ। ਦੱਸੋ ਕਿੰਨੇ ਹਰ ਵਰਗ ਅੱਜ ਬਾਹਰ ਆ। ਅੱਜ ਟੀਚਰਸ, ਗੈਸਟ ਫੈਕਲਟੀ ਜਿਹੜੇ ਟੀਚਰ ਹੈਗੇ ਆ ਉਹ ਬੇਰੁਜ਼ਗਾਰ, ਜਿਹੜੇ ਅਧਿਆਪਕ ਟੈਟ ਪਾਸ ਹੈਗੇ ਆ ਉਹਨਾਂ ਤੇ ਮਾਨਸਾ ਇਹਨਾਂ ਨੇ ਲਾਠੀ ਚਾਰਜ ਕੀਤਾ। ਉਹ ਬਹੁਤ ਹੀ ਘਟਨਾ ਨਿੰਦਣਯੋਗ ਆ। ਅਸੀਂ ਨਿੰਦਦੇ ਆ। ਉਹ ਵੀ ਸਾਡੇ ਭਾਈ ਬੰਧੂ ਆ। ਦੱਸੋ ਉਹਨਾਂ ਦੇ ਗੱਡੀ ਦੇ ਵਿੱਚ ਹੀ ਜਦੋਂ ਬਿਠਾ ਲਿਆ ਤੇ ਹੁੱਜਾ ਮਾਰਨ ਦਾ ਕੀ ਕੰਮ ਹੈਗਾ? ਇਹੋ ਜਿਹੇ ਬੁੱਚੜ DSP ਨੂੰ ਇਹ ਸਸਪੈਂਡ ਕੀਤਾ, ਡਿਸਮਿਸ ਕਰਕੇ ਘਰੇ ਭੇਜਣਾ ਚਾਹੀਦਾ। ਇਹ ਤਾਂ ਹਿਟਲਰੀ ਰਾਜ ਹੈ ਯਾਰ। ਦੱਸੋ ਕਾਂਗਰਸ ਸਰਕਾਰ ਕਹਿੰਦੀ ਇਹ ਤਾਂ ਹਿਟਲਰੀ ਰਾਜ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਨਦੀਪ ਕੌਰ ਹੈ। ਮੈਂ ਕੋਵਿਡ-19 'ਚ ਐਜ ਏ ਸਟਾਫ ਨਰਸ ਕੰਮ ਕੀਤਾ। ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਵੀ 30/9 ਨੂੰ ਇੱਕ ਕਾਲੀ ਚਿੱਠੀ ਕੱਢ ਕੇ ਇਹਨਾਂ ਨੂੰ ਸਾਨੂੰ ਰਿਲੀਵ ਕਰ ਦਿੱਤਾ ਗਿਆ ਸੀ। ਉਸ ਦੇ ਮੱਦੇਨਜ਼ਰ ਪੂਰੇ 3 ਮਹੀਨੇ ਹੋਣ ਜਾ ਰਹੇ ਆ। ਸਾਡਾ ਧਰਨਾ ਲਗਾਤਾਰ ਚੱਲ ਰਿਹਾ। ਸਾਡਾ ਪ੍ਰੋਟੈਸਟ ਹੈ ਜਿਹੜਾ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ। ਰਾਜਕੁਮਾਰ ਵੇਰਕਾ ਜੀ ਦੀ ਕੋਠੀ ਲਾਗੇ ਵੀ ਦਿਨ ਰਾਤ ਦਾ ਧਰਨਾ ਲਾਇਆ ਹੋਇਆ। ਅੰਮ੍ਰਿਤਸਰ ਵੀ ਅਸੀਂ ਬਹੁਤ ਵੱਡੀ ਰੈਲੀ ਕੀਤੀ ਸੀ ਜਿਹਦੇ ਸਿੱਟੇ ਵਜੋਂ ਸਾਨੂੰ ਰਾਜਕੁਮਾਰ ਵੇਰਕਾ ਜੀ ਨੇ ਇੱਕ ਮੀਟਿੰਗ ਦਿੱਤੀ। ਮੀਟਿੰਗ ਦੇ ਵਿੱਚ ਜਸਟ ਇਹਨਾਂ ਨੇ ਲਾਰੇ ਲਾਏ ਆ। ਇੱਕ ਵਰਬਲੀ ਆਰਡਰ ਦੇ ਕੇ ਤੁਰ ਜਾਂਦਾ, ਰਿਟਨ ਸਾਡੇ ਵਾਰੀ ਦਿੰਦਾ ਨਹੀਂ। ਕਿ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਹਾਂ ਕੀ ਗੱਲ, ਜਦੋਂ ਤੂੰ ਸਾਨੂੰ ਕੱਢਣਾ ਸੀ ਉਦੋਂ ਰਿਟਨ ਵਾਰੀ ਪੈਨ ਚੱਲਿਆ ਤੇ ਸਾਡੇ ਵਰਬਲ ਆਰਡਰ ਹੁਣ ਤੂੰ ਕਰਦਾ ਪਿਆ। ਹੁਣ ਸਾਨੂੰ ਬਹਾਲੀ ਬਾਰੇ ਸਾਡੇ ਰਿਟਨ ਆਰਡਰ ਕਿਉਂ ਨਹੀਂ ਨਿਕਲਦੇ ਪਏ? ਹੁਣ ਤੁਹਾਡੇ ਪੈਨ ਨਹੀਂ ਚੱਲਦੇ ਪਏ। ਸਾਨੂੰ ਤੁਸੀਂ ਬੇਵਕੂਫ ਬਣਾਉਣਾ ਬੰਦ ਕਰੋ, ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੋ ਕਿਉਂਕਿ ਹੁਣ ਹਰ ਇੱਕ ਮੁਲਾਜ਼ਮ ਵਰਗ ਇਕੱਠਾ ਹੋ ਚੁੱਕਿਆ। ਅਸੀਂ ਇਕਜੁੱਟ ਹੋ ਕੇ ਲੜਾਂਗੇ। ਆਊਟਸੋਰਸ ਵਾਲੇ, ਕੋਵਿਡ ਵਾਲੇ, ਰੈਗੂਲਰ ਸਟਾਫ, ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸਾਰੇ ਆਪਦਾ ਧਰਨਾ ਨਹੀਂ ਚੱਕਾਂਗੇ। ਸਾਡੀ ਸਟ੍ਰਾਈਕ ਇਸੇ ਤਰ੍ਹਾਂ ਹੀ ਰਹੂਗੀ। ਸਾਡੀ ਸਰਕਾਰ ਨੂੰ ਚੇਤਾਵਨੀ ਹੈ ਵੀ ਜੇ ਸਾਡੀਆਂ ਮੰਗਾਂ ਨਹੀਂ ਮੰਨੋਗੇ ਤਾਂ ਅਸੀਂ ਆਉਂਦੇ ਦਿਨਾਂ ਵਿੱਚ ਭਾਵੇਂ ਸਾਡੇ 10 ਦਿਨ ਆ ਭਾਵੇਂ 5 ਦਿਨ ਹੈ ਤੁਹਾਡੇ ਨੱਕ 'ਚ ਦਮ ਕਰ ਦਿਆਂਗੇ। ਅਸੀਂ ਆਪਦੀਆਂ ਮੰਗਾਂ ਮਨਾ ਕੇ ਹੀ ਰਵਾਂਗੇ। ਤੁਹਾਡੇ ਜਿਹੜੇ ਹੈਗਾ ਸੰਬੰਧ ਦੇ ਵਿੱਚ ਇੱਕ ਲੈਟਰ ਜਾਰੀ ਕਰ ਦਿੱਤਾ ਗਿਆ ਵੀ ਜੁਆਇਨ ਕੀਤਾ ਜਾਵੇ, ਤੁਸੀਂ ਜੁਆਇਨ ਕਿਉਂ ਨਹੀਂ ਹੋ ਰਹੇ? ਸਰ, ਉਹ ਜੁਆਇਨਿੰਗ ਲੈਟਰ ਨਹੀਂ ਹੈ, ਉਹ ਵਿੱਤ ਵਿਭਾਗ ਤੋਂ ਇੱਕ ਮਨਜ਼ੂਰੀ ਮਿਲੀ ਹੋਈ ਹੈ। ਜੁਆਇਨਿੰਗ ਲੈਟਰ ਹਾਲੇ ਤੱਕ ਸਾਡੀ ਨਹੀਂ ਆਈ ਹੈ। ਜਦੋਂ ਅਸੀਂ ਜੁਆਇਨ ਕਰਨ ਵਾਸਤੇ ਜਾਂਦੇ ਹਾਂ ਤਾਂ ਸਾਨੂੰ MS ਸਰ ਤੋਂ ਹੀ ਸੁਣਨ ਲਈ ਮਿਲਦਾ ਪਿਆ
ਕਿ ਤੁਹਾਡੀ ਜਿਹੜੀ ਐਕਸਟੈਂਸ਼ਨ ਹੈ ਉਹ 3 ਮਹੀਨਿਆਂ ਦੀ ਹਾਲੇ DRME ਵੱਲੋਂ ਮਨਜ਼ੂਰੀ ਨਹੀਂ ਹੋਈ, ਸਿਰਫ ਵਿੱਤ ਵਿਭਾਗ ਨੇ ਤੁਹਾਡੀ ਮਨਜ਼ੂਰੀ ਕੀਤੀ ਹੋਈ ਆ। ਜਿੰਨਾ ਚਿਰ ਉਹ ਰਿਟਰਨ ਨਹੀਂ ਭੇਜਦੇ ਸਾਨੂੰ ਜੁਆਇਨ ਕਿੱਥੋਂ ਕਰਵਾ ਲੈਣਗੇ? ਜੇ ਉਹ ਰਿਟਰਨ ਭੇਜਣ ਤਾਂ ਅਸੀਂ ਜੁਆਇਨ ਕਰੀਏ, ਸਾਡਾ ਜੀ ਨਹੀਂ ਕਰਦਾ ਜੁਆਇਨਿੰਗ ਕਰਨ ਨੂੰ। ਸਾਡਾ ਵੀ ਜੀ ਕਰਦਾ, 3 ਮਹੀਨੇ ਹੋ ਚੁੱਕੇ ਅਸੀਂ ਡਿਊਟੀਆਂ ਤੋਂ ਕੱਢੇ ਹੋਏ ਆ, ਸਾਡੇ ਵੀ ਘਰ-ਬਾਰ ਆ, ਸਾਡੇ ਵੀ ਘਰਾਂ ਦੇ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ, ਸਾਨੂੰ ਡਿਊਟੀ ਚਾਹੀਦੀ ਹੈ, ਪਰ ਉਹ ਰਿਟਰਨ ਹੀ ਨਹੀਂ ਦੇ ਰਿਹਾ। ਵਰਬਲ ਕਹਿੰਦੇ ਰਿਟਰਨ ਦੇਵੇ, ਰਿਟਰਨ ਕਿਉਂ ਨਹੀਂ ਦਿੰਦੇ ਪਏ?